ਸਾਡੇ ਜਨਾਜ਼ੇ ਨਿਕਲ ਰਹੇ ਨੇ। ਉਹ ਬੰਦੇ ਨੇ ਟੈਨਸ਼ਨ ਲਈ, ਦਵਾਈ ਵਾਸਤੇ ਪੈਸੇ ਨਹੀਂ ਸੀ ਆ, ਘਰ ਰਾਸ਼ਨ ਨਹੀਂ ਸੀ ਆ, ਮੰਜੀ ਤੇ ਪਿਆ ਸੀ, ਮਜ਼ਦੂਰ ਸੀ ਸਾਰਾ। ਟੈਨਸ਼ਨ ਲੈ ਕੇ ਬਿੱਲ ਦੀ वजह ਤੋਂ ਉਹਨੂੰ ਦਿਲ ਦਾ ਅਟੈਕ ਹੋ ਗਿਆ। ਅੱਲਾ ਨੂੰ प्यारा हो गया। अल्लाह पाक ਉਹਨੂੰ जन्नतुल फिरदौस जगह देवे। बिजली का ज़ायद बिल आ जाने की वजह से मानावाला के इफ्तिखार उर्फ गेलू दिल का दौरा पड़ने से जहाँ बहक हो गए थे, उनकी नमाज जनाजा अदा कर दी गई है। तो यहाँ पर उनके मिलने वाले लोग मौजूद हैं, हम इनसे बात करते हैं कि ये क्या कहते हैं। अच्छा जी, गेलू के बारे तुसीं दसो कि तुहाडा ते दोस्त सीगा ते किस तरह टेंशन लई उन्हें। बिस्मिल्लाहिर्रहमानिर्रहीम। हमारा दोस्त नहीं सी, हमारा मसाया भी है सी। पंजाबी दस मसाया सी ते बिल आ गया गरीब नूं 18,000 रुपया। ਉਹਦੀ ने टेंशन बड़ी लई, बड़ा समझाया उन्हें भी मियाँ ना लै टेंशन, कोई नहीं अल्लाह वारिस है। हुकूमत ज़ालिम है ये, इन्हें तो ज़ालिम दा पन दिखाया ही वाम नूं बाहर छड्डिया इन्हां ने। साडे जनाजे निकल रहे ने। ਉਹ ਬੰਦੇ ਨੇ ਟੈਨਸ਼ਨ ਲਈ, ਦਵਾਈ ਵਾਸਤੇ ਪੈਸੇ ਨਹੀਂ ਸੀ ਆ, ਘਰ ਰਾਸ਼ਨ ਨਹੀਂ ਸੀ ਆ, ਮੰਜੀ ਤੇ ਪਿਆ ਸੀ, ਮਜ਼ਦੂਰ ਸੀ ਸਾਰਾ। ਟੈਨਸ਼ਨ ਲੈ ਕੇ ਬਿੱਲ ਦੀ वजह ਤੋਂ ਉਹਨੂੰ ਦਿਲ ਦਾ ਅਟੈਕ ਹੋ ਗਿਆ। ਅੱਲਾ ਨੂੰ प्यारा हो गया। ਅੱਲਾ ਪਾਕ ਉਹਨੂੰ जन्नतुल फिरदौस जगह देवे, मेरी दुआ है। लेकिन ਇਹ ਜਿਹੜੀ हुकूमत ਦੇ ਜਿਨ੍ਹਾਂ ਨੇ ਬੰਬ ਸਿੱਟੇ ਨੇ ਤੇਲ ਦੇ, ਚੀਨੀ ਦੇ, ਆਪਣਾ ਬਿਜਲੀ ਦੇ ਬਿੱਲ ਦੇ, ਅੱਲਾ ਇਹਨਾਂ ਨੂੰ ਹਦਾਇਤ ਦੇ ਦੇਵੇ, ਨਹੀਂ ਤਾਂ ਕਿਆਮਤ ਵਾਲੇ ਦਿਨ ਇਹਨਾਂ ਨੂੰ ਰੱਬ ਨੇ ਫੜ ਲੈਣਾ। ਇਹ ਬਿਲਕੁਲ ਫਸ ਜਾਣਗੇ ਕਿਆਮਤ ਵਾਲੇ ਦਿਨ। ਇਹ ਗਰੀਬਾਂ ਨਾਲ ਬਿਲਕੁਲ ਜਾਤੀ ਕਰ ਰਹੇ ਨੇ। ਕਿਆਮਤ ਵਾਲੇ ਦਿਨ ਅੱਲਾ ਕੋ ਜਾ ਕੇ ਇਹਨਾਂ ਵੀ ਮਰਨਾ ਹੈ, ਬਹੁਤ ਇਹਨਾਂ ਨੂੰ ਵੀ ਆ ਜਾਣੀ ਹੈ। ਇਹਨਾਂ ਨੇ ਰੱਬ ਨੂੰ ਜਾ ਕੇ ਉੱਥੇ ਹਿਸਾਬ ਮੈਂ ਦੇਣਾ ਹੈ। ਮੈਨੂੰ ਨਹੀਂ ਪਤਾ ਕਿ ਰੱਬ ਨੂੰ ਕਬਰ ਵਿੱਚ ਜਾ ਕੇ ਕਿਵੇਂ ਹਿਸਾਬ ਦੇਣਗੇ। ਤੇ ਮੈਂ ਇਹ ਜਿਹੜਾ ਗੇਲੂ ਹੈ, ਹਾਂਜੀ, ਇਹ ਕੀ ਕਹਿੰਦਾ ਸੀ ਤੁਹਾਨੂੰ ਕਿ ਜਦੋਂ ਤੁਸੀਂ ਉਹ ਇhtਜਾਜ ਕਰ ਰਹੇ ਸੀ, ਇਹ ਵੀ ਉੱਥੇ ਉਹਦੀ ਚਾਰਪਾਈ ਵੀ ਪਈ ਸੀ। ਇਹਨੇ ਕਿਹਾ ਜੀ ਮੈਂ ਮਾੜਾ ਬੰਦਾ, ਮੈਂ ਤੇ ਜਾਂ ਤੇ ਆਪਣੇ ਆਪ ਨੂੰ ਅਗਲਾ, ਮੈਨੂੰ ਤੇ ਬਿੱਲ ਆ ਗਿਆ 18,000 ਰੁਪਇਆ। ਮਜ਼ਦੂਰ ਮੰਜੀ ਤੇ ਪਿਆ ਹੈ, ਮੇਰੇ ਕੋਲ ਰਾਸ਼ਨ ਨਹੀਂ ਹੈ ਘਰ ਖਾਣ ਵਾਸਤੇ, ਬਿੱਲ ਤਾਰਾਂ ਜਾ ਘਰ ਦਾ ਰਾਸ਼ਨ ਚਲਾਵਾਂ, ਬਸ ਟੈਨਸ਼ਨ ਲੈ ਕੇ ਅੱਲਾ ਨੂੰ ਅੱਜ ਉਹਨੂੰ ਨਾ ਘਰ ਬਿਲਕੁਲ ਰਾਸ਼ਨ ਹੈ ਸੀ। ਆ ਕੱਫਣ ਵੀ ਲੋਕਾਂ ਨੇ ਰਲ ਮਿਲ ਕੇ ਪਾਇਆ, ਮਹੱਲੇ ਵਾਲਿਆਂ ਨੇ ਮਦਦ ਕੋਈ ਕਰਕੇ ਨੇ ਕੱਫਣ ਬਣਾ ਕੇ ਨੇ ਚਾਰ ਪਾਈ ਕਰ ਕੇ ਉਹਦੀ ਅੱਲਾ ਦੇ ਸਪੁਰਦ ਕੀਤਾ ਉਹਨੂੰ। ਅੱਲਾ ਪਾਕ ਨੂੰ ਜੰਨਤ ਟੈਨਸ਼ਨ ਲੈ ਗਿਆ ਬਸ ਆ ਮਹਿੰਗਾਈ ਦੀ ਵਜ੍ਹਾ ਤੋਂ, ਕੁਛ ਬਿੱਲਾਂ ਦੀ ਵਜ੍ਹਾ ਤੋਂ। ਜਾਂ 18,000 ਰੁਪਇਆ ਇਹ ਉਹੀ ਬੰਦਾ ਜਿਹਨੂੰ ਬਿੱਲ ਆਉਂਦਾ ਸੀ 500 600 ਜਾਂ ਹੱਦ 400 ਚਾਰਾ ਔਖਾ ਸੌਖਾ ਕਟਾ ਦਿੰਦਾ ਸੀ। ਮਜ਼ਦੂਰੀ ਬਿਮਾਰ ਪਿਆ ਸੀ, ਉਹ ਬਿੱਲ ਜਦੋਂ ਨੂੰ 18,000 ਰੁਪਇਆ ਨਜਾਇਜ਼ ਜੱਗੇ ਟੈਕਸ ਪਾਏ ਹੋਏ ਇਹਨਾਂ ਨੇ, ਨਜਾਇਜ਼ ਹੀ ਜੱਗਾ ਟੈਕਸ ਸਮਝ ਲਓ, ਬਰਮਾਸ਼ੀ ਸਮਝ ਲਓ ਇਹਨਾਂ ਦੀ। ਬਾਕੀ ਇਹ ਗਰੀਬ ਨਾਲ ਇਹ ਹਕੂਮਤ ਜਿਹੜੀਆਂ ਨੇ ਜਾਤੀ ਕਰਨ ਦੀ ਹੈ, ਇਹਨਾਂ ਨੇ ਅੱਲਾ ਨੇ ਇਹਨਾਂ ਨੂੰ ਮੈਨੂੰ ਨਹੀਂ ਸਮਝ ਕਿ ਰੱਬ ਨੂੰ ਜਾ ਕੇ ਇਹਨਾਂ ਨੇ ਕਿਸ ਤਰ੍ਹਾਂ ਜਵਾਬ ਦੇਣਾ। ਇਹਨਾਂ ਨੇ ਹਕੂਮਤ ਨੂੰ ਕਹਿ ਰਹੇ ਨੇ ਕਿ ਕਿਸ ਤਰ੍ਹਾਂ ਇਹਨਾਂ ਨੇ ਅੱਲਾ ਕੇ ਜਵਾਬ ਦੇਣਾ। ਤੇ ਤੁਸੀਂ ਕੀ ਕਹਿੰਦੇ ਹੋ ਜੀ? ਐਵੇਂ ਨਾ ਮਸਾਇਆ ਦਾ ਇਸ ਬਿੱਲ ਦੀ ਵਜ੍ਹਾ ਤੋਂ ਟੈਨਸ਼ਨ ਆਈ ਦੀ। 18,000 ਰੁਪਏ ਕੋਈ ਸੂਈ ਗੈਸ ਦਾ ਬਿੱਲ ਆ ਗਿਆ, ਘਰ ਦੇ ਅਖਰਾਜਾਤ ਵੀ ਕੋਈ ਨਾ, ਖਾਣ ਪੀਣ ਦਾ ਵੀ ਨਿਜ਼ਾਮ ਨਾ, ਉਂਝ ਮੰਜੀ ਤੇ ਪਿਆ ਸ਼ਦਾ ਬਿਮਾਰ, ਪਰੇਸ਼ਾਨੀ ਲੈ ਕੇ ਦਿਲ ਦਾ ਅਟੈਕ ਲੈ ਕੇ ਆਪਣੀ ਮਰ ਗਿਆ। ਅੱਲਾ ਜੰਨਤ ਦੀ ਘਰ ਦੇਵੇ, ਅੱਲਾ ਤੇਰੇ ਦੀ ਆਖਰੀ ਮੰਜ਼ਿਲ ਆਸਾਨ करे। ਸਾਡੇ ਤੇ ਇਹ ਦੁਆ ਹੈ। ਹਕੂਮਤ ਨੂੰ ਕੀ ਕਹੋਗੇ? ਹਕੂਮਤ ਹੈ ਨਾ, ਹਕੂਮਤ ਬਦ ਦੁਆ ਲਈ ਹੈ ਤਾਂ ਬਦ ਦੁਆਵਾਂ ਲੈਂਦੀ ਰਹੇਗੀ। ਤੁਸੀਂ ਕੀ ਕਹੋਗੇ? ਮੈਂ ਨਾ ਜਿਸ ਹਕੂਮਤ ਨੂੰ ਅੱਲਾ ਹਦਾਇਤ ਦੇ ਦੇਵੇ, ਨਹੀਂ ਤਾਂ ਸਾਡੀ ਇਹ ਜਾਨ ਛੱਡ ਦੇਣ, ਸਾਡੀ ਜਾਨ ਛੱਡ ਦੇਣ। ਕਿਉਂ ਗਰੀਬਾਂ ਦੇ ਜਨਾਜ਼ੇ ਉਠਾਉਣ ਰਹੇ ਨੇ। ਮੇਰਾ ਖਿਆਲ ਹੈ ਸੁਹਾਬੀ ਸੀ ਕੋਈ, ਇੱਕ ਕੁੱਤਾ ਹੀ ਪਿਆਸਾ ਰਿਹਾ ਸੀ ਤੇ ਉਹਨੇ ਹਕੂਮਤ ਹੀ ਛੱਡ ਦਿੱਤੀ ਸੀ। ਉਹਨੇ ਕਿਹਾ ਕਿ ਕੁੱਤਾ ਪਿਆਸਾ ਰਹਿ ਗਿਆ, ਮੇਰੀ ਵਜ੍ਹਾ ਤੋਂ ਕਿਉਂ ਪਿਆਸਾ ਰਿਹਾ ਹੈ, ਮੈਂ ਹਕੂਮਤ ਦੇ ਛੱਡ ਦੇਣੀ ਹੈ। ਸਾਡੀ ਜਾਨ ਤਾਂ ਸਾਡੇ ਜਨਾਜ਼ੇ ਨਿਕਲ ਰਹੇ ਨੇ, ਇਹ ਸਾਡੀ ਜਾਨ ਨਹੀਂ ਛੱਡਦੇ ਪਏ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਈ ਕਿ ਗਰੀਬਾਂ ਦਾ ਕੀ ਹਾਲ ਬਣਿਆ ਕਿ ਇਹਦੇ ਘਰ ਚੁੱਲ੍ਹੇ ਬੰਦ ਹੋ ਗਏ ਗਰੀਬਾਂ ਦੇ, ਲੋਕੀ ਪਰੇਸ਼ਾਨ ਹੋਏ ਪਏ ਨੇ, ਕਾਰੋਬਾਰ ਬੰਦ ਪਏ ਨੇ, ਕਿਤੇ ਮਜ਼ਦੂਰ ਨੂੰ ਕੋਈ ਦਿਹਾੜੀ ਨਹੀਂ ਲੱਭਣ ਰਹੀ। ਮਜ਼ਦੂਰ ਵਾਲੇ ਥਾਂ ਧੱਕੇ ਖਾਂਦੇ, ਕਿਤੇ ਮਜ਼ਦੂਰੀ ਹੈ ਹੀ ਕੋਈ ਨਹੀਂ, ਕਿਤੇ ਵੀ ਨਹੀਂ ਆ। ਲੋਕਾਂ ਦੇ ਕਾਰੋਬਾਰ ਲੋਕਾਂ ਦੇ ਬੰਦ ਹੋ ਗਏ ਨੇ ਬਿੱਲਾਂ ਦੀ ਵਜ੍ਹਾ ਤੋਂ। ਲੋਕ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ। ਉਦੋਂ ਚੀਨੀ 200 ਰੁਪਏ ਕਿਲੋ, 90 ਰੁਪਏ ਕਿਲੋ ਵਿਕਣ ਦੀ, 190 80। ਉਧਰ ਬਿੱਲ ਕਿਸੇ ਨੂੰ 25,000 ਠੋਕਿਆ। ਮੈਂ ਤਾਂ ਹੈਰਾਨ ਇਸ ਹਕੂਮਤ ਕੋਲੋਂ ਵੀ ਮਜ਼ਦੂਰ ਆਦਮੀ ਦੀ 24 ਜਾਂ 25 ਜਾਂ 26,000 ਰੁਪਈਆ ਤਨਖਾਹ ਹੈ, 25,000 ਰੁਪਈਆ ਉਹਨੂੰ ਬਿੱਲ ਆ ਗਿਆ। ਕੁਛ ਦੁੱਧ ਦੇ ਪੈਸੇ ਦੇ ਤੇ ਦੁੱਧ ਆਏ ਤੇ ਕੋਈ ਕਿਰਾਇਆ ਮਕਾਨ ਦਾ ਦੇਤਾ, ਕੋਈ ਆਟਾ ਲੈਣ ਦਾ। ਉਹ ਮੈਂ ਤਾਂ ਹੈਰਾਨ 25 ਬਿੱਲ ਤਾਂ ਆ ਕੇ ਮਗਰ ਬਚਿਆ ਕੀ ਵਿਚਾਰੇ ਗਰੀਬ ਕੋ। ਉਹਨੂੰ ਮੌਤ ਨਹੀਂ ਆਉਣੀ, ਉਹਨੂੰ ਰੱਬ ਕੋ ਮੌਤ ਨਹੀਂ ਮੰਗਣੀ, ਤੋੜ ਮੰਗਣੀ। ਇਹਨਾਂ ਨੂੰ ਮੌਤ ਆਉਣਾ ਤਾਂ ਮੈਂ ਨਾ ਕਿਤੇ ਇਹਨਾਂ ਨੂੰ ਆ ਜਾਵੇ। ਆ ਜਿਹੜੇ ਸਾਡੇ ਹਕੂਮਤ ਆ, ਅੱਲਾ ਇਹਨਾਂ ਨੂੰ ਪੁੱਛੇ, ਜਵਾਬ ਦੇਣ ਜਾ ਕੇ ਰੱਬ ਨੂੰ ਜਾ ਕੇ। ਇਹਨਾਂ ਰੱਬ ਨੂੰ ਮੈਂ ਤਾਂ ਹੈਰਾਨ ਹੈ, ਇਹਨਾਂ ਨੂੰ ਅੱਲਾ ਨੂੰ ਜਾ ਕੇ ਇਹਨਾਂ ਨੇ ਜਵਾਬ ਕਿਵੇਂ ਦੇਣਾ।
ਕਿਸ ਹਿਸਾਬ ਨਾਲ ਜਾ ਅੱਲਾ ਦੇ ਕੋਲ ਜਾ ਕੇ ਜਦੋਂ ਕਬਰ 'ਚ ਪੇਸ਼ ਹੋਣ, ਕਿਹੜਾ ਮੂੰਹ ਲੈ ਕੇ ਇਹਨਾਂ ਨੇ ਉਸੇ ਕਬਰ ਦੇ ਵਿੱਚ ਜਾ ਕੇ ਪੇਸ਼ ਹੋਣਾ ਕਿ ਰੱਬ ਨੂੰ ਜਾ ਕੇ ਕੀ ਜਵਾਬ ਦੇਣਗੇ। ਜਦੋਂ ਰੱਬ ਨੂੰ ਜਵਾਬ ਦੇਣ ਲੱਗਾ ਹਾਂ ਵੀ ਮੈਂ ਤੂੰ ਹੁਕੂਮਤ ਕੀਤੀ ਹੈ, ਮੈਂ ਤੈਨੂੰ ਹੁਕੂਮਤ ਦਿੱਤੀ ਹੈ, ਸਰਬਰਾਹ ਬਣਾਇਆ ਇਸ ਆਵਾਮ ਦਾ, ਤੂੰ ਇਸ ਆਵਾਮ ਨੂੰ ਇਹ ਸਿਲਾ ਦਿੱਤਾ ਹੈ, ਇੰਝ ਮਾਰਿਆ ਇਸ ਗਰੀਬ ਆਵਾਮ ਨੇ। ये थे जी जायद बिजली का बिल आ जाने से, हार्ट अटैक से जहाँ बहक होने वाले इफ्तिखार उर्फ गेलू के करीबी दोस्त। तो इनकी बातें आपने सुनी। इनका यही कहना है कि इफ्तिखार उर्फ गेलू जो था वो इंतहाई शरीफ आदमी था और इंतहाई गरीब था। उसके पास किराए का मकान था और वो बीमार भी रहता था। तो जब उसे बिजली का बिल 18,000 रुपये आया तो वो उसकी ये टेंशन ले गया। उसे दिल का दौरा पड़ा, डॉक्टर्स के पास ले जाया गया तो उन्होंने डॉक्टर ने भी यही बताया कि इसको दिल का दौरा जो है वो टेंशन की वजह से पड़ा है। और वो अपने खाल के हकीकी से जा मिला और उनके घर में सफ़े मातम बिछ गई है। अब उसकी नमाज जनाजा भी अदा कर दी गई है। तो इन लोगों का यही कहना है कि घरों में सफ़े मातम बिछाने के बजाय हुकूमत घरों में खुशियां बांटे और जो बिजली के बिलों में नाजायज़ टैक्स लगाए गए हैं उनको ख़त्म किया जाए और लोगों को रिलीफ दिया जाए। तो नाज़रीन देखते रहें, क्योंकि कोई देखे ना देखे खलील तो देखेगा। इसी के साथ ही अपने मेज़बान खलील अहमद सज्जाद को इजाज़त दीजिए। अल्लाह निगहबान।